ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੇਰ ਚੱਲਾਂਗੇ ਯੂਪੀਐਸਸੀ ਵੱਲ। ਯੂਪੀਐਸਸੀ ਦਾ ਜਿਹੜਾ ਜਾਂ ਪੀਸੀਐਸ ਦਾ ਜਿਹੜਾ ਸਫ਼ਰ ਹੈ, ਸਾਡੀ ਨੌਜਵਾਨ ਪੀੜ੍ਹੀ ਇੱਧਰ ਨੂੰ ਆਵੇ, ਸਾਡਾ ਦੇਸ਼, ਸਾਡਾ ਸੂਬਾ, ਸਾਡੇ ਪਿੰਡ, ਸਾਡੇ ਸ਼ਹਿਰ, ਤਾਂ ਕਿ ਉਹਨਾਂ ਦੀ ਨਿਗਰਾਨੀ 'ਚ ਡਿਵੈਲਪ ਹੋਣ। ਜਿਵੇਂ ਕਮੀਆਂ ਪੇਸ਼ੀਆਂ 'ਚੋਂ ਉੱਠ ਕੇ ਉਹ ਇੱਥੇ ਜਾਂਦੇ ਆ ਤਾਂ ਉਹਨਾਂ ਨੂੰ ਆ ਕੇ ਸੁਧਾਰਨ। ਅੱਜ ਫਿਰ ਡਾਕਟਰ ਅਦਿੱਤਿਆ ਸ਼ਰਮਾ ਜੀ, ਜਿਨ੍ਹਾਂ ਦਾ 70 ਰੈਂਕ ਆਇਆ ਹੈ ਇਸੇ ਸਾਲ ਦੇ, ਜਿਹੜਾ ਯੂਪੀਐਸਸੀ ਦਾ ਰਿਜ਼ਲਟ ਆਇਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਸਾਡੇ ਡਾਕਟਰ ਵੀ ਨੇ, ਸਾਡੇ ਪੰਜਾਬ ਤੋਂ ਨੇ। ਇਹ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ, ਸਾਡੇ ਪੰਜਾਬੀ ਮੁੰਡਿਆਂ ਦੇ ਲਈ ਹੌਂਸਲਾ ਨੇ। ਸਭ ਤੋਂ ਪਹਿਲਾਂ ਕਰਦੇ ਹਾਂ ਡਾਕਟਰ ਸਾਹਿਬ ਦਾ ਸਵਾਗਤ, ਫਿਰ ਜਾਣਦੇ ਹਾਂ। ਸਵਾਗਤ ਹੈ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਰ? ਵਧੀਆ, ਬਸ ਠੀਕ ਹੋ? ਬਿਲਕੁਲ ਸਰ। ਡਾਕਟਰ ਸਾਹਿਬ, ਜਦੋਂ ਬੰਦਾ ਇੱਕ ਡਾਕਟਰ ਦਾ ਸੁਪਨਾ ਲੈਂਦਾ ਹੈ, ਡਾਕਟਰ ਵੀ ਬਣ ਗਏ ਤੁਸੀਂ, MBBS ਵੀ ਕਰ ਲਈ, ਫਿਰ ਸਿਵਲ ਸਰਵਿਸ ਵੱਲ ਕਿਵੇਂ ਗਏ? ਇਹ ਸ਼ਿਫਟਿੰਗ ਕਿਵੇਂ ਬਣੀ ਹੈ, ਦਿਮਾਗ 'ਚ ਕਿਵੇਂ ਆਇਆ ਕਿ ਸਿਵਲ ਸਰਵਿਸ ਵੱਲ ਜਾਣਾ? ਸਰ ਮੈਨੂੰ ਹਮੇਸ਼ਾ ਤੋਂ ਲੋਕਾਂ ਦੀ ਸੇਵਾ ਵਿੱਚ ਬਹੁਤ ਇੰਟਰਸਟ ਸੀਗਾ, ਅਤੇ ਮੇਰੇ ਬੜੇ ਦੀਦੀ ਹੈਗੇ ਆ ਡਾਕਟਰ, ਉਹਨਾਂ ਦਾ ਆਪਣੀ ਪੋਸਟ ਗ੍ਰੈਜੂਏਸ਼ਨ 'ਚ ਆਲ ਇੰਡੀਆ ਰੈਂਕ 1 ਵੀ ਆਇਆ ਸੀਗਾ, ਅਤੇ ਉਹਨਾਂ ਨੂੰ ਦੇਖ ਕੇ ਮੈਂ ਮੋਟੀਵੇਟ ਹੋਇਆ, ਇੰਸਪਾਇਰ ਹੋਇਆ, ਅਤੇ ਮੈਨੇ ਉਹਨਾਂ ਦਾ ਦੇਖਿਆ ਕਿ ਸਰਵਿਸ ਕਿੱਦਾਂ ਹੋ ਸਕਦੀ ਹੈ ਵਧੀਆ, ਹੈ ਨਾ। ਫਿਰ ਉਸ ਤੋਂ ਬਾਅਦ ਮੈਂ MBBS 'ਚ ਆਇਆ, ਅਤੇ ਮੈਨੂੰ ਸੈਕਿੰਡ ਈਅਰ 'ਚ ਰਿਅਲਾਈਜ਼ ਹੋਇਆ ਕਿ ਜਿਹੜੇ ਆਪਣੇ ਪੇਸ਼ੈਂਟ ਆਉਂਦੇ ਆ ਹੌਸਪੀਟਲ 'ਚ, ਉਹਨਾਂ ਦਾ ਸਰ 50% ਕਾਰਨ ਇਹ ਹੁੰਦਾ ਹੈ ਕਿ ਜਾਂ ਤਾਂ ਉਹਨਾਂ ਦੀ ਐਜੂਕੇਸ਼ਨ ਵਧੀਆ ਨਹੀਂ ਸੀਗੀ, ਪੀਣੇ ਦਾ ਪਾਣੀ ਨਹੀਂ ਮਿਲ ਰਿਹਾ, ਅਵੇਅਰਨੈਸ ਥੋੜ੍ਹੀ ਘੱਟ ਹੈਗੀ ਹੈ, ਅਤੇ ਜੋ ਇੱਕ ਐਡਮਿਨਿਸਟ੍ਰੇਟਰ ਹੋਵੇ ਜਿਹਦਾ ਥੋੜ੍ਹਾ ਸਾ ਮੈਡੀਸਨ ਜਿਹਾ ਪਰਸਪੈਕਟਿਵ ਹੋਵੇ, ਤਾਂ ਮੈਨੂੰ ਲੱਗਦਾ ਉਹ ਬਹੁਤ ਵਧੀਆ ਕੰਮ ਕਰ ਸਕਦਾ ਹੈ। ਅਤੇ ਇੱਕ ਬਰੋਡ, ਡਾਈਵਰਸ ਅਤੇ ਡਾਇਨਾਮਿਕ ਪਲੈਟਫਾਰਮ ਜਿਹੜਾ ਲੋਕਾਂ ਨੂੰ ਸਰਵ ਕਰਨ ਲਈ ਚਾਹੀਦਾ ਹੈ, ਉਹ ਮੈਨੂੰ ਲੱਗਿਆ ਕਿ ਸਿਵਲ ਸਰਵਿਸਿਜ਼ ਮੈਨੂੰ ਵਧੀਆ ਪ੍ਰੋਵਾਈਡ ਕਰ ਸਕਦਾ ਹੈ। ਡਾਕਟਰ ਸਾਹਿਬ, ਜਦੋਂ MBBS ਕਰਨ ਤੋਂ ਬਾਅਦ ਤੁਸੀਂ ਚੋਣ ਕੀਤੀ ਕਿ ਹੁਣ ਆਪਾਂ ਐਗਜ਼ਾਮ ਦੇਣਾ ਹੈ, ਸਭ ਤੋਂ ਪਹਿਲਾ ਸਟੈਪ ਕੀ ਰਿਹਾ? ਸਬਜੈਕਟ ਨੂੰ ਲੱਭਿਆ, ਕੀ ਪੜ੍ਹਨਾ ਹੈ, ਸਿਲੇਬਸ ਲੱਭਿਆ, ਕੀ ਚੀਜ਼ ਕੀਤੀ? ਸਭ ਤੋਂ ਪਹਿਲਾ ਸਟੈਪ ਕੀ ਰਿਹਾ? ਸਰ ਸਭ ਤੋਂ ਪਹਿਲਾਂ ਤਾਂ ਮੈंने ਆਪਣੀ ਤਿਆਰੀ ਸਟਾਰਟ ਕਰ ਦਿੱਤੀ ਸੀਗੀ 3rd ਈਅਰ 'ਚ MBBS ਦੇ ਨਾਲ ਹੀ। ਮੈਨੂੰ ਬਹੁਤ ਮੋਟੀਵੇਸ਼ਨ ਆ ਗਈ ਸੀਗੀ ਕਿ ਬਈ ਆਪਾਂ ਵੀ ਥੋੜ੍ਹਾ ਜ਼ਿਆਦਾ ਸੁਸਾਇਟੀ ਨੂੰ ਇੱਕ ਬੜੇ ਪਲੇਟਫਾਰਮ 'ਤੇ ਸਰਵ ਕਰ ਸਕਦੇ ਹਾਂ ਜੀ। ਤਾਂ ਸਰ ਸਭ ਤੋਂ ਪਹਿਲੀ ਚੀਜ਼ ਸਟੈਪ ਹੁੰਦੀ ਹੈ ਕਿ ਆਈਡੈਂਟੀਫਾਈ ਕਰਨਾ ਹੈ ਕਿ ਆਪਾਂ UPSC ਕਰਨਾ ਕਿਉਂ ਹੈ ਨਾ। ਜੇ ਤਾਂ ਸਿਰਫ ਪਾਵਰ ਦੀ ਗੱਲ ਹੋਵੇ ਜਾਂ ਇੱਦਾਂ ਗੱਲ ਹੋਵੇ ਤਾਂ ਉਸ ਬੰਦੇ ਦਾ UPSC ਕਦੋਂ ਨਹੀਂ ਨਿਕਲੇਗਾ। ਅੰਦਰ ਦਿਲ 'ਚ ਇੱਕ ਸੇਵਾ ਦੀ ਭਾਵ ਹੋਣੀ ਚਾਹੀਏ, ਤਾਂ ਹੀ ਬੰਦਾ UPSC ਨੂੰ ਲੈ ਕੇ ਸੀਰੀਅਸ ਹੁੰਦਾ ਹੈ ਅਤੇ ਆਪਣੇ ਅੰਦਰ ਮੋਟੀਵੇਸ਼ਨ ਲਾ ਕੇ ਤਿਆਰੀ ਕਰ ਸਕਦਾ ਹੈ। ਸਰ ਪਹਿਲਾ ਸਟੈਪ ਇਹ ਸੀਗਾ। ਫਿਰ ਸਰ ਦੂਸਰਾ ਸਟੈਪ ਸੀਗਾ ਕਿ ਮੈंने ਆਪਣੀ ਆਈਡੈਂਟੀਫਾਈ ਕਰਾ, UPSC ਦਾ ਸਿਲੇਬਸ ਵੇਖਿਆ ਮੈਂ, ਹੈ ਨਾ, ਪੁਰਾਣੇ ਟੌਪਰਾਂ ਦੀ ਸਟ੍ਰੈਟੇਜੀਆਂ ਦੀਆਂ ਵੀਡੀਓ ਦੇਖੀਆਂ, NCERT ਪੜ੍ਹਨੀਆਂ ਸ਼ੁਰੂ ਕੀਤੀਆਂ। ਫਿਰ ਜਦ ਥੋੜ੍ਹਾ ਬਹੁਤਾ ਮੈਨੂੰ ਪਤਾ ਚੱਲ ਗਿਆ ਕਿ ਹਾਂਜੀ ਮੈਂ UPSC ਹੀ ਕਰਨਾ ਹੈ, ਅਤੇ ਫਿਰ ਮੈਂ ਇੱਕ ਲੋਕਲ ਕੋਚਿੰਗ ਜੁਆਇਨ ਕੀਤੀ ਸੀਗੀ। ਫਿਰ 1 ਸਾਲ ਮੈਂ ਉਹ ਲਾਈ। ਫਿਰ ਆਪਣੇ ਫਾਈਨਲ ਈਅਰ 'ਚ ਮੈਂ ਸੈਲਫ ਰਿਵੀਜ਼ਨ ਕੀਤੀ, ਅਤੇ ਆਪਣੇ ਇੰਟਰਨਸ਼ਿਪ 'ਚ ਮੈਂ ਪੇਪਰ ਲਿਖ ਦਿਆ, ਅਤੇ ਸਰ ਫਸਟ ਅਟੈਂਪਟ 'ਚ UPSC ਨਿਕਲ ਗਿਆ। ਕੀ ਬਾਤ ਹੈ। ਤੁਸੀਂ ਡੇ ਸ਼ਡਿਊਲ ਕੀ ਰੱਖਿਆ? ਹਰ ਬੰਦਾ ਕਹਿੰਦਾ ਨਾ ਵੀ UPSC ਵਾਸਤੇ ਇੱਕ ਤਿਆਰੀ ਲਈ ਇੱਕ ਬਹੁਤ ਪਲਾਨ ਬਣਾ ਕੇ ਚੱਲਣਾ ਪੈਂਦਾ ਹੈ, ਸਿਟਿੰਗ ਬੜੀ ਲੰਬੀ ਚਾਹੀਦੀ ਹੈ। ਡੇ ਪਲਾਨ ਕੀ ਰਿਹਾ? ਸਰ ਮੋਸਟਲੀ ਤਾਂ ਕਿਉਂਕਿ ਮੇਰੀ ਤਿਆਰੀ ਆਪਣੇ ਕਾਲਜ ਟਾਈਮ 'ਚ ਹੀ ਹੋਈ ਸੀਗੀ, ਅਤੇ 9 to 5 ਤੋਂ ਕਾਲਜ ਹੁੰਦਾ ਸੀਗਾ, ਅਤੇ ਉਹਦੇ ਬਾਅਦ ਆਪਣੇ ਪਾਸ ਸ਼ਾਮ ਅਤੇ ਰਾਤ ਦਾ ਟਾਈਮ ਬਚਦਾ ਸੀ। ਅਤੇ ਸਰ ਇੰਟਰਨਸ਼ਿਪ 'ਚ ਸਾਡਾ ਕੋਵਿਡ ਵੀ ਆ ਗਿਆ ਸੀਗਾ, ਅਤੇ ਸਾਡੀ ਡਿਊਟੀਆਂ ਹੋਰ ਹੈਕਟਿਕ ਹੋ ਗਈਆਂ ਸੀ। ਤਾਂ ਸਰ ਉਸ ਚੱਕਰ 'ਚ ਡੇਲੀ 10-10 ਘੰਟੇ ਡਿਊਟੀਆਂ ਵੀ ਲੱਗਦੀ ਸੀ। ਤਾਂ ਸਰ ਮੇਰਾ ਤਾਂ ਹੁੰਦਾ ਸੀਗਾ ਬੜਾ ਫਲੈਕਸੀਬਲ ਸ਼ਡਿਊਲ ਕਿ ਜਦੋਂ ਟਾਈਮ ਮਿਲ ਗਿਆ ਉਦੋਂ ਪੜ੍ਹ ਲਿਆ। ਸਰ ਇੱਦਾਂ ਨਹੀਂ ਸੀਗਾ ਕਿ ਵੀ ਡੇਲੀ ਦੇ 6 ਘੰਟੇ ਲਾਣੇ ਆ। ਸਰ ਪੜ੍ਹਾਈ ਕਦੇ ਵੀ ਘੰਟੇ ਵਾਸਤੇ ਤਾਂ ਹੁੰਦੀ ਨਹੀਂ ਹੈ, ਆਪਾਂ ਨੇ ਤਾਂ ਸਰ ਟਾਰਗੇਟ ਤੇ ਸਿਲੇਬਸ ਕੰਪਲੀਟ ਕਰਨੇ ਕੇ ਲਈ ਪੜ੍ਹਾਈ ਕਰਨੀ ਹੈ। ਡਾਕਟਰ ਸਾਹਿਬ, ਵੱਡੀ ਗੱਲ ਹੈ ਵੀ ਤੁਸੀਂ ਘੱਟ ਟਾਈਮ ਲਾਉਂਦੇ ਸੀ। ਇਹ ਅਕਸਰ ਆਉਂਦਾ ਚੈਲੰਜ ਵੀ ਸਿਟਿੰਗ ਬਹੁਤ ਚਾਹੀਦੀ ਹੈ, ਲੰਬਾ ਪੜ੍ਹਨਾ ਪੈਂਦਾ। ਤੁਹਾਨੂੰ ਕੀ ਲੱਗਦਾ ਫਿਰ ਐਗਜ਼ਾਮ ਨੂੰ ਤੁਸੀਂ ਕਿਸ ਵੇ ਨਾਲ ਲਿਆ? UPSC ਤੁਹਾਡੇ ਤੋਂ ਡਿਮਾਂਡ ਕੀ ਕਰਦੀ ਹੈ? ਸਰ ਇੱਕ ਤਾਂ ਨਾ ਥੋੜ੍ਹਾ UPSC ਦਾ ਹਊਆ ਉਨਾ ਜ਼ਿਆਦਾ ਬਣਿਆ ਹੋਇਆ ਹੈ ਜਿੰਨਾ ਮੁਸ਼ਕਿਲ ਉਹ ਐਗਜ਼ਾਮ ਹੈ ਨਹੀਂ। ਮੁਸ਼ਕਿਲ ਜ਼ਰੂਰ ਹੈ ਬਟ ਇੰਨਾ ਵੀ ਨਹੀਂ ਹੈ ਕਿ ਬੰਦਾ ਬੋਲੇ ਇੰਪੋਸੀਬਲ ਹੈ ਕੰਮ। ਜੇ ਆਪਾਂ ਸਮਾਰਟਲੀ ਇੱਕ ਸਟ੍ਰੈਟੇਜੀ ਨਾਲ ਵਧੀਏ ਅੱਗੇ ਤਾਂ UPSC ਕੱਢ ਹੋ ਜਾਂਦਾ ਹੈ। ਤਾਂ ਸਰ यही ਮੈਨੂੰ लगता है कि सबसे पहला तो ये मिथ थोड़ा सा अपने को वो करना चाहिए कि UPSC इतना ज़्यादा इम्पॉसिबल ही पेपर बना दिए। उसके बाद सर उसकी अवेयरनेस हम थोड़ी सी बढ़ाएं तो ज़्यादा बढ़िया रहेगा। तो सर ये है। फिर उसके बाद सर 3 साल 2.5 साल मैंने जितना टाइम मिला उसमें पढ़ाई करी, तो सर फिर हो गया था UPSC। ਡਾਕਟਰ ਸਾਹਿਬ, ਕੋਚਿੰਗ ਦੀ ਕਿੰਨੀ ਕੁ ਇੰਪੋਰਟੈਂਸ ਸਮਝਦੇ ਹੋ ਇਹਦੇ ਵਿੱਚ? ਸਰ ਮੈਂ ਕਹੂੰਗਾ ਕੋਚਿੰਗ ਦੀ ਇੰਪੋਰਟੈਂਸ ਸਿਰਫ ਇਤਨੀ ਹੁੰਦੀ ਹੈ ਕਿ ਜੇ ਤਾਂ ਤੁਸੀਂ ਕਾਲਜ ਤੋਂ ਸਟਾਰਟ ਕਰ ਰਹੇ ਹੋ ਤੇ ਪੂਰਾ ਸਿਰਫ ਫਰੋਮ ਸਕ੍ਰੈਚ ਲੈ ਕੇ ਬੈਠਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ, ਤੇ ਇੱਕ ਵਾਰੀ ਤੁਸੀਂ ਕੋਚਿੰਗ ਜਾਓ ਤਾਂ ਥੋੜਾ ਬਹੁਤਾ ਸਿਲੇਬਸ ਦਾ ਆਈਡੀਆ ਬਸ ਲੱਗ ਜਾਂਦਾ ਹੈ। ਬਟ ਸਰ ਮੈਂ ਕਹੂੰਗਾ 90% ਤਾਂ ਸਰ ਸੈਲਫ ਸਟੱਡੀ ਦੀ ਹੀ ਗੱਲ ਹੈ। ਤੁਸੀਂ ਕਿਹੜਾ, ਕੋਈ ਕਿਤਾਬਾਂ ਦੀ ਗੱਲ ਕਰੀਏ ਤਾਂ ਕੋਈ ਕਿਤਾਬਾਂ ਰੈਫਰ ਕਰਨੀਆਂ ਚਾਹੋਗੇ? ਇਹ ਕਿਤਾਬਾਂ ਤੁਹਾਡੀਆਂ ਬਹੁਤ ਹੈਲਪਫੁਲ ਰਹੀਆਂ। ਸਰ ਇੱਕ ਤਾਂ ਮੈਂ ਬੋਲੂੰਗਾ ਕਿ ਕੁਝ ਕਿਤਾਬਾਂ ਹੈ ਜੋ ਸਭ ਨੂੰ ਪਤਾ ਹੈ,
ਬਟ ਸਭ ਫਿਰ ਵੀ ਹੋਰ ਸੋਰਸ ਖੋਜਦੇ ਰਹਿੰਦੇ ਆ। ਤਾਂ ਆਪਾਂ ਨੇ ਮਲਟੀਪਲ ਸੋਰਸ ਪੜ੍ਹਨੇ ਹੀ ਨਹੀਂ ਹੈ, ਉਸ 'ਤੇ ਦਿਮਾਗ ਹੋ ਜਾਂਦਾ ਡਾਇਵਰਟ। ਜਿੱਦਾਂ ਪੋਲਿਟੀ ਸੀ ਸਾਡੀ ਲక్ష్ਮੀਕਾਂਤ ਹੈਗੀ ਹੈ, ਮਾਡਰਨ ਹਿਸਟਰੀ ਦੀ ਸਪੈਕਟਰਮ ਹੈਗੀ ਹੈ, ਏਂਸ਼ੀਅੰਟ ਮੀਡੀਵਲ ਹਿਸਟਰੀ ਦੀ ਆਪਣੀ ਹੋ ਗਈ 올ਡ NCERTs ਤੇ ਨਿਊ NCERTs है ना, ਤੇ ਜੋਗ੍ਰਾਫੀ ਦੀ ਆਪਣੀ ਹੋ ਗਈ GC ਲਿਓਂਗ, एथिक्स ਦੀ ਆਪਣੀ ਹੋ ਗਈ ਲੈਕਸੀਕॉन। तो सर ये किताबां सबनों आ पता है कि यही पढ़नी है, बट बच्चों को कई बार लगता है यार UPSC कुछ नवा ना पूछ ले, तो वो 3-4 सोर्सेज पढ़ते हैं, तो ये मेन वाला सोर्स जो है वो कई बार फिर कमज़ोर रह जाता है। तो सर ये है अपने सोर्सेज लिमिटेड रखने हैं, अपना काम कंसोलीडेट करना है, और मेन है जो पुराने सालों के क्वेश्चन आए ने उन्होंने ऑब्जर्व करके एनालाइज करना है कि UPSC पुछदा की चाहता है। उसके बाद ਜਿਹੜੇ ਪੁਰਾਣੇ ਟੌਪਰ ਨੇ ਉਹਨਾਂ ਦੀਆਂ ਟੌਪਰਾਂ ਕਾਪੀਆਂ ਵੀ ਆਨਲਾਈਨ ਅਵੇਲੇਬਲ ਹੁੰਦੀ ਹੈ, ਜੇ ਉਹਨਾਂ ਨੇ ਕਿਸੇ ਕੋਚਿੰਗ ਤੇ ਮੌਕ ਟੈਸਟ ਲਿਖਿਆ ਹੋਵੇ ਤਾਂ ਉਹਨੂੰ ਵੇਖਿਓ ਕਿ ਉਸ ਟੌਪਰ ਨੂੰ ਕਿਉਂ ਨੰਬਰ ਮਿਲ ਰਹੇ ਨੇ, ਤੇ ਉਹਦੀ ਸਟ੍ਰੈਟਜੀ ਫਿਰ ਆਪਣੇ 'ਚ ਕੰਬਾਈਨ ਕਰੋ ਤੇ UPSC ਦਾ ਪੁਰਾਣਾ ਪੈਟਰਨ ਵੇਖੋ ਤੇ ਪੇਪਰ ਲਿਖੋ, ਤਾਂ ਮੈਨੂੰ ਲੱਗਦਾ ਹੈ ਸਰ ਬੈਸਟ ਤਿਆਰੀ ਹੁੰਦੀ ਹੈ। ਡਾਕਟਰ ਸਾਹਿਬ ਜਦੋਂ ਇਨਸਾਨ ਪੜ੍ਹ ਲੈਂਦਾ ਹੈ, ਪੜ੍ਹ ਰਿਹਾ ਉਹ ਲਗਾਤਾਰ, ਉਹਨੂੰ ਆਪਦੇ ਆਪ ਨੂੰ ਚੈੱਕ ਕਰਨਾ ਹੈ ਕਿ ਮੈਂ ਕਿੱਥੇ ਜੇ ਖੜਾ ਹੈ, ਟੈਸਟ ਦੇਈਏ ਨਾ ਦੇਈਏ, ਜਾਂ ਮੇਰੀਆਂ ਵੀਕ ਪੁਆਇੰट्स ਕੀ ਹੈ, ਇਹਨਾਂ ਨੂੰ ਆइडेंटिफाई करने ਲਈ एक कैंडिडेट ਨੂੰ ਕੀ करना चाहिए? सर पहले तो मेरे को लगता है हमें ये देखना ही नहीं चाहिए कि हम कितना कहाँ पे हैं, कितने लोगों के बीच में हम कहाँ पे हैं, क्योंकि सर अक्सर जो हम मॉक टेस्ट देते हैं उसमें परफॉर्मेंस और UPSC में फाइनल परफॉर्मेंस में बहुत बड़ा डिफरेंस होता है। अच्छा। तो सर हमारा टारगेट होना चाहिए कि हमें जितना मेरे पिछली बार नंबर आए थे हमें अपने आप से ज़्यादा नंबर लाने। तो सर चंडीगढ़ का मैनू लगता है ये फायदा होया, मैं दिल्ली नहीं गया कदे तैयारी करन, क्योंकि दिल्ली च इन्ने सारे बच्चे हैगे है ना, तब बंदे नू हमेशा डर लगा रहिंदा यार इसने कुछ नवा पढ़ लिया तो मैं 3 होर नवी किताबां लेके आऊँगा तो मैनू दिक्कत आऊगी। तो मैं तो अपने हॉस्पिटल की रीडिंग रूम 'ਚ ही पढ़ाई करता सीगा, तो इधर होर कोई नहीं सी UPSC वाला, तो मैं अपने नाल ही कंपटीशन करके अपनी ज़्यादा परफॉर्मेंस वध करने की कोशिश करता सी। तो मैनू लगता है नवा कुछ नहीं कीता, नवा कुछ नहीं कीता। मैनू लगता है सर स्ट्रैस भी थोड़ा घट होंदा इस हिसाब नाल जी। बट असैसमेंट ਲਈ सर मेन गल यही है, टॉपर्स कॉपीज़ ਨੂੰ ਵੇਖੋ, ਫਿਰ ਆਪਣੇ ਆਨਸਰ ਦੇਖੋ ਕਿ ਬਈ ਟੌਪਰਸ ਕਾਪੀਜ਼ ਤੇ ਮੇਰੇ ਆਨਸਰ 'ਚ ਕਿੰਨਾ ਫਰਕ ਹੈਗਾ, ਤੇ ਉਹਦੇ ਨਾਲ ਅਸੈਸਮੈਂਟ ਹੋ ਜੂਗੀ ਜੋ ਆਲਰੇਡੀ ਸਿਲੈਕਟਡ ਕੈਂਡੀਡੇਟਸ ਨੇ। ਡਾਕਟਰ ਸਾਹਿਬ ਇੱਕ ਕਨਫਿਊਜ਼ਨ ਹੈ ਵੀ NCERT ਕਿਹੜੀ ਪੜ੍ਹਨੀ ਚਾਹੀਦੀ ਹੈ, ਨਿਊਜ਼ਪੇਪਰ, ਕਰੰਟ ਅਫੇਅਰਸ, ਜੋ ਵੀ ਮੁੱਦੇ ਚੱਲ ਰਹੇ ਆ, ਬਹੁਤ ਸਾਰੀਆਂ ਚੀਜ਼ਾਂ, ਤੇ ਬਹੁਤ ਸਾਰਾ ਜਿਹੜਾ ਕੈਂਡੀਡੇਟ ਆ ਉਹ 'ਤੇ ਪ੍ਰੈਸ਼ਰ ਹੁੰਦਾ ਵੀ ਜੋ ਤੁਹਾਡੇ ਨਾਲ ਚੌਥੀ ਪੰਜਵੀਂ ਵਾਰ ਲਿਖ ਰਹੇ ਹੈ ਜਾਂ ਤੁਸੀਂ ਪਛੜ ਨਾ ਜਾਓ, ਕਈ ਚੀਜ਼ਾਂ ਦੀਆਂ ਮਨ 'ਚ ਚੱਲਦੀਆਂ ਰਹਿੰਦੀਆਂ ਸ਼ੰਕਾਵਾਂ। ਤੁਸੀਂ ਤਾਂ ਇੰਨੇ ਈਜ਼ੀ ਲਈ ਬੈਠੇ ਆ, UPSC ਨੂੰ ਵੀ ਐਂ ਲੱਗਦੇ ਨੇ ਕੋਈ ਹੋਇਆ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਸਰ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਲੋਕੀ ਕਹਿੰਦੇ ਆ ਕਿ NCERT 6ਵੀਂ ਤੋਂ 10ਵੀਂ ਦੀ ਪੜ੍ਹਨੀ ਚਾਹੀਦੀ ਹੈ ਜੀ, ਤੇ ਸਰ ਮੈਂ ਪਰਸਨਲੀ ਸਿਰਫ 11ਵੀਂ 12ਵੀਂ ਦੀ ਪੜ੍ਹੀ ਸੀਗੀ, ਕਿਉਂਕਿ ਸਰ ਉਹ ਆਪਾਂ ਬੇਸਿਕ ਲੈਵਲ ਤੇ ਇੰਨਾ ਜ਼ਿਆਦਾ ਜ਼ੋਰ ਲਾ ਦਿੰਦੇ ਆ ਕਿ ਜਦ ਐਕਚੁਅਲ ਪੜ੍ਹਾਈ ਦਾ ਮੌਕਾ ਆਤਾ ਤਬ ਤੱਕ ਆਪਾਂ ਫਟੀਗ ਹੋ ਜਾਂਦੇ ਨੇ, ਤੇ ਮੈਨੂੰ ਲੱਗਦਾ ਹੈ 11ਵੀਂ 12ਵੀਂ ਦੀ ਸਮਝ ਆ ਜਾਂਦੀ ਹੈ। ਜੀ ਜੀ। ਦੂਜਾ ਸਰ ਆਪਾਂ ਨੂੰ ਕਰੰਟ ਅਫੇਅਰਸ ਨੂੰ ਬੜੀ ਅਨਡਿਊ ਇੰਪੋਰਟੈਂਸ ਜੀ ਦੇ ਰੱਖੀ ਹੈ। ਜਿਹੜੇ प्रीलिम्स 'ਚ 100 क्वेश्चन है उनमें ਵਿੱਚ सिर्फ 12 करंट अफेयर ने, उन 12 में से आप चाहे हर जगह का सब कुछ पढ़ लो तो अभी आपको 5 ही आते होने। तो सर फिर वो करंट अफेयर्स से अनड्यू वेटेज हैगी है, तो उस चक्कर 'ਚ ਆਪਾਂ अपने स्टैटिक सब्जेक्ट ਤੇ फोकस भुल जाते हैं कई बारी। सर तीजी चीज़ आती है न्यूज़पेपर बारे कि सर न्यूज़पेपर पढ़ना चाहिए, बहुत अच्छी गल है डेली, ਜਾਂ ਤਾਂ ਹਿੰਦੂ ਪੜ੍ਹੋ ਜਾਂ ਇੰਡੀਅਨ ਐਕਸਪ੍ਰੈਸ, बट सर ਉਹਦੇ 'ਚ ਹੁੰਦਾ ਕਈ ਵਾਰੀ ਜਿੱਦਾਂ ਆਪਾਂ ਵਰਕਿੰਗ ਪ੍ਰੋਫੈਸ਼ਨਲਸ ਨੇ ਜਾਂ ਕਾਲਜ ਜਾਂਦੇ ਆ ਤਾਂ ਸਰ ਡੇਲੀ ਪੜ੍ਹਨਾ ਔਖਾ ਹੋ ਜਾਂਦਾ ਹੈ। ਤਾਂ ਨਿਊਜ਼ਪੇਪਰ ਤੋਂ ਕਰੰਟ ਅਫੇਅਰਸ ਲਈ ਉਸकी ਜਗ੍ਹਾ ਆਪਾਂ ਐਡੀਟੋਰੀਅਲ ਪੜ੍ਹੀਏ, ਆਪਾਂ ਫਰੰਟ ਪੇਜ ਪੜ੍ਹੀਏ, ਇੰਟਰਨੈਸ਼ਨਲ ਪੜ੍ਹੀਏ ਕਿ ਮੋਟਾ-ਮੋਟਾ ਕੀ ਚੱਲ ਰਿਹਾ, ਤੇ ਇੰਟਰੋ ਬੋਡੀ ਕੰਕਲੂਜਨ ਦਾ ਫਾਰਮੈਟ, ਤੇ ਥੋੜੀ ਬਹੁਤੀ ਆਪਣੀ ਵੋਕੈਬੂਲਰੀ ਇਨਰਿਚ ਹੋ ਜਾਂਦੀ ਹੈ। ਤਾਂ ਨਿਊਜ਼ਪੇਪਰ ਦਾ ਸਰ ਇਹ ਪਰਪਸ ਹੈ ਰਾਦਰ ਦੈਨ ਕਿ ਉਹਦੇ 'ਚ ਆਪਾਂ ਨੋਟਸ ਬਣਾਈਏ। ਸਰ ਤੇ ਚੌਥੀ ਐਂਡ ਲਾਸਟ ਬਾਤ ਮੇਰੇ ਕੋ ਲੱਗਦਾ ਇਹ ਇੰਪੋਰਟੈਂਟ ਹੈ ਕਿ ਆਪਣੇ ਅੰਦਰ ਇੱਕ ਸੈਲਫ ਕੌਨਫੀਡੈਂਸ ਜਿਹਾ ਹੋਣਾ ਚਾਹੀਦਾ। ਆਪਾਂ ਸਰ ਕਈ ਬਾਰ किसी गुरु या किसी ਤੇ ਨਾ बड़ा अनड्यू रिलाई करते हैं कि जी आपने शरण में आ गए हैं जी, आप हमारा पेपर निकल जाऊगा, पर सर मेन काम ਆਪਾਂ ਨੂੰ ਖੁਦ ਹੀ ਕਰਨਾ ਹੈ। ਕਈ ਵਾਰੀ ਹੁੰਦਾ ਹੈ ਕਿ ਬਈ ਮੋਟੀਵੇਸ਼ਨ ਡਾਊਨ ਹੋ ਜਾਂਦੀ ਹੈ, ਤੇ ਆਪਾਂ ਨੂੰ ਸੋਚਣਾ ਹੈ ਜੇ ਆਪਾਂ ਮਿਹਨਤ ਕਰ ਰਹੇ ਹਾਂ ਤਾਂ ਰਿਜ਼ਲਟ ਜ਼ਰੂਰ ਆਊਗਾ। ਐਦਾਂ ਨਹੀਂ ਹੈ ਕਿ ਕਿਸੇ ਨੇ 5 ਮੇਨਸ ਲਿਖੇ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ। ਜਿੱਦਾਂ ਮੈਂ ਤਾਂ ਪਹਿਲੀ ਵਾਰੀ ਲਿਖਿਆ ਸੀ, ਮੈਨੂੰ ਵੀ ਬੜਾ ਡਰ ਲੱਗ ਰਿਹਾ ਸੀਗਾ ਕਿ ਬਈ ਪੇਪਰ ਤਾਂ ਮੈਨੂੰ ਸ਼ਾਇਦ ਘੱਟ ਆਉਣਾ ਹੋਣਾ ਬਈ ਉਹਨਾਂ ਕੋਲੋਂ, ਬਟ ਐਦਾਂ ਨਹੀਂ ਹੈ। ਜੇ ਤੁਸੀਂ ਅੱਛੇ ਢੰਗ ਨਾਲ ਡਿਸਪਲਿਨ ਨਾਲ ਤਿਆਰੀ ਕੀਤੀ ਹੈ ਤਾਂ ਸਰ ਰਿਜ਼ਲਟ ਜ਼ਰੂਰ ਆਊਗਾ। ਸੋ ਇਹ ਗੱਲਾਂ ਹੈ ਸਰ। ਕੋਈ ਬੱਚਾ ਦੇਣਾ ਚਾਹੁੰਦਾ ਐਗਜ਼ਾਮ, ਉਹਨੂੰ ਸਭ ਤੋਂ ਪਹਿਲਾਂ ਤੁਹਾਨੂੰ ਲੱਗਦਾ ਕਿ ਕੀ ਕਰਨਾ ਚਾਹੀਦਾ? ਕਈ ਬੰਦੇ ਤਾਂ ਉਲਝ ਜਾਂਦੇ ਆ ਯਾਰ, ਪੈਸੇ ਨਾ ਬਾਹਲੇ ਲੱਗਦੇ ਹੋਣ, ਆਰਥਿਕ ਸਮੱਸਿਆਵਾਂ, ਲੋਕਲ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਬੱਚੇ ਨੂੰ ਕੀ ਕਹਿਣਾ ਚਾਹੋਗੇ? ਸਾਥੀਆਂ ਨੂੰ, ਤੁਸੀਂ ਵੀ ਬੱਚੇ ਹੀ ਹੋ ਹਜੇ। ਸਰ ਸਭ ਤੋਂ ਇਹ ਹੈ ਪਹਿਲਾਂ ਕਿ ਸਰ ਅੱਜ ਕੱਲ੍ਹ ਨਾ ਆਨਲਾਈਨ ਸੋਰਸਿਸ ਬਹੁਤ ਹੈਗੇ ਹਨ, ਤੇ YouTube ਤੇ ਟੈਲੀਗ੍ਰਾਮ ਜੈਸੇ ਚੀਜ਼ਾਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ। मतलब कि ਉਹਦੇ 'ਚ ਆਪਾਂ इंपॉर्टेंट मटीरियल बहुत ईजिली ढूंढ सकते हैं। जिदा इकोनॉमी की फ्री पे वीडियोज़ पढ़ी हैं यूट्यूब पे मृणाल सर दियाँ,
ਤੇ ਉਹ ਬਹੁਤ ਵਧੀਆ ਹੈ। ਮੇਰਾ ਉਹ ਮੇਨ ਸੋਰਸ ਸੀਗਾ ਇਕਨੋਮੀ ਦਾ, ਤੇ ਇਹ ਸਭ ਸੋਰਸਸ ਆਨਲਾਈਨ ਹੈਗੇ ਆ, ਸਾਨੂੰ ਬਸ ਆਈਡੈਂਟੀਫਾਈ ਕਰਨੇ ਆ ਤੇ ਆਪਾਂ ਨੂੰ ਬਸ YouTube ਤੇ ਉਹਦੇ ਨਾਲ ਹੀ ਫ੍ਰੀ में ਪੜ੍ਹਾਈ ਹੋ ਸਕਦੀ ਹੈ UPSC ਦੀ। ਬਹੁਤ ਕੋਚਿੰਗਾਂ ਨੇ ਅੱਜ ਕੱਲ੍ਹ YouTube ਤੇ ਫ੍ਰੀ ਤੇ ਲੈਕਚਰਸ ਡਾਲੇ ਹੋਏ ਨੇ। तो सर मैंने लगता है कि सब तो पहला आप स्ट्रैटेजी वेखिए, सिलेबस वेखिए, फिर यूट्यूब ते लेक्चर्स वेखने स्टार्ट करिए, फिर 11वीं 12वीं दी NCERT देखिए, तो उसके बाद जो स्टैंडर्ड किताबें मैं थोड़ा रेफर की सी स्पैक्ट्रम लक्ष्मीकांत वगैरह वो पढ़ लीजिए, फिर उसके बाद असैसमेंट लिए टेस्ट दे दिए, फिर सर पेपर कट हो जाएगा। ਡਾਕਟਰ ਸਾਹਿਬ ਤੁਹਾਡੇ ਕਰੈਕਟਰ ਦੇ ਵਿੱਚ ਕਿਹੜੀਆਂ ਚੰਗੀਆਂ ਚੀਜ਼ਾਂ ਸੀ ਤੁਹਾਨੂੰ ਲੱਗਦਾ ਕਿ ਪੇਪਰ ਉਹਨਾਂ ਨੇ ਹੈਲਪ ਕੀਤਾ? ਸਰ ਇੱਕ ਮੈਨੂੰ ਲੱਗਦਾ ਹੈ ਕਿ ਫੋਕਸ ਬਹੁਤ ਸੀਗਾ ਕਿ ਸਰ ਆਪਣੀ 2.5 ਸਾਲ ਦੀ ਤਿਆਰੀ 'ਚ ਹਰ ਸੈਕਿੰਡ ਇੱਕ ਦਿਮਾਗ ਦੇ ਬੈਕ 'ਚ ਚੀਜ਼ ਹੁੰਦੀ ਸੀਗੀ ਕਿ ਯਾਰ UPSC ਦਾ ਪੇਪਰ ਕੱਢਣਾ ਹੈ, ਚਾਹੇ ਕਾਲਜ ਦੇ ਪੇਪਰ ਹੋਵੇ, ਕਾਲਜ ਤੇ ਕੰਮ ਕਰ ਰਹੇ ਹੈ, ਕਰਤੇ ਬੈਠੇ ਹੈ, ਤੇ ਮਤਲਬ ਇਹ ਪਹਿਲੀ ਚੀਜ਼ ਸੀਗੀ ਕਿ ਫੋਕਸ ਹਮੇਸ਼ਾ ਰਿਹਾ ਸੀ ਕਿ ਯਾਰ ਇਹ ਪੇਪਰ ਆਪਾਂ ਲਾਈਟਲੀ ਨਹੀਂ ਲੈਣਾ ਹੈ, ਆਪਾਂ ਨੇ ਕੱਢਣਾ ਹੈ ਕਿਉਂਕਿ ਆਪਾਂ ਨੇ ਕੰਮ ਕਰਨਾ है। दूसरा सर मैंने लगता है कि मेरा थोड़ा थॉट प्रोसेस जो था ना, कभी मैंने ये नहीं रखा कि भाई जो किताब में लिखा है वही वाली बात हमने करनी है, थोड़ा सर उसके बाहर भी सोच के अपनी तरफ से पेपर क्रिएटिवली करा था। और तीसरा सर कि मेरे को लगता है मेरे को कॉन्फिडेंस था जब मैंने तैयारी स्टार्ट भी की थी ना, कि अगर अपने इंटेंशन पेपर देने लिए अच्छे हैं, आप मेहनत कर रहे हैं, है ना, आपा ने अपना सामान रख लिया कि ये पढ़ के जाएंगे और पेपर लिखेंगे, तो मेरे को कॉन्फिडेंस थी कि सर एक ना एक दिन UPSC ज़रूर निकलूगा। सो सर ये 3 ਕੁਆਲਿਟੀਜ਼ ਮੈਨੂੰ ਲੱਗਦਾ ਹੈ ਇਹਨਾਂ ਨੇ ਮੈਨੂੰ ਹੈਲਪ ਕੀਤਾ ਹੈ ਸਰ। ਡਾਕਟਰ ਸਾਹਿਬ ਬਹੁਤ ਚੰਗਾ ਲੱਗਿਆ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੇ ਸਮਾਜ ਲਈ ਬਿਹਤਰ ਕਰੋਗੇ। ਥੈਂਕ ਯੂ ਸੋ ਮਚ ਸਰ। ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬੜਾ ਚੰਗਾ। 24 ਸਾਲਾਂ ਦਾ ਮੁੰਡਾ, ਹੁਣ ਜਿਵੇਂ ਦਾ ਇਹਨਾਂ ਦਾ ਰੈਂਕ ਆਇਆ ਤੇ ਇਹਨਾਂ ਨੇ IAS ਬਣ ਜਾਣਾ ਹੈ ਪੰਜਾਬ 'ਚ, ਕਿਤੇ ਨਾ ਕਿਤੇ ਤੁਹਾਨੂੰ ਸਾਲ 2 ਸਾਲ 'ਚ DC ਲੱਗੇ ਦਿਖਾਈ ਦੇਣਗੇ। ਤੁਹਾਡੇ ਬੱਚੇ ਵੀ ਕਰ ਸਕਦੇ ਨੇ, ਤੁਹਾਡੇ 'ਚੋਂ ਹੀ ਹੈ, ਤੁਹਾਡੇ ਹੀ ਬੱਚੇ ਹੈ। ਆਓ ਬੱਚਿਆਂ ਨੂੰ ਹੌਸਲਾ ਦੇਈਏ ਤਾਂ ਜੋ ਉਹ ਸਾਡੀਆਂ ਜਿਹੜੀਆਂ ਪੈੜਾਂ ਘਟਦੀਆਂ ਜਾਂਦੀਆਂ ਉਹਨਾਂ 'ਚ ਦੁਬਾਰਾ ਤੁਹਾਡੇ ਨਾਵਾਂ ਦੀਆਂ, ਤੁਹਾਡੇ ਪਿੰਡਾਂ ਦੇ ਨਾਵਾਂ ਦੀਆਂ ਨੇਮ ਪਲੇਟਸ ਵੱਡੇ ਦਫ਼ਤਰਾਂ ਦੇ ਮੂਹਰੇ ਲੱਗੀਆਂ ਹੋਣ ਤੇ ਸਾਨੂੰ ਹੌਸਲਾ ਹੋਵੇ ਕਿ ਸਾਡੇ ਬੱਚੇ ਬੈਠੇ। ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।